गौड़ी कबीर जी नगन फिरत जो पाइयै जोग, बन का मिर्ग मुक्त सब होग। क्या नांगे क्या बांधे चाम, जब नहीं चीनस आत्म राम। रहाओ मूंड मुंडाए जो सिद्ध पाई, मुक्ति पेड़ न गैया काई। बिंद राख जो तरिए भाई, खुश रह क्यों न परम गत पाई। कहो कबीर सुनो नर भाई, राम नाम बिन किन गत पाई। वाहिगुरु जी का खालसा, वाहिगुरु जी की फतेह। कबीर जी ਦਾ ਗੌੜੀ ਰਾਗ ਦੇ ਵਿੱਚ ਇਹ ਚੌਥਾ ਸ਼ਬਦ ਹੈ। ਆਓ ਇਸ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਕਬੀਰ ਜੀ ਇਸ ਸ਼ਬਦ ਵਿੱਚ ਉਹਨਾਂ ਧਾਰਮਿਕ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਆ ਜਿਹੜੇ ਧਰਮ ਦੀ ਆੜ ਹੇਠ ਧਰਮ ਦੇ ਨਾਂ ਤੇ ਰੱਬ ਨੂੰ ਖੁਸ਼ ਕਰਨ ਦੇ ਲਈ ਕੀਤੇ ਜਾਂਦੇ ਨੇ। ਪਰ ਇੱਥੇ ਕਬੀਰ ਜੀ ਨੇ ਹਰ ਇੱਕ ਨੂੰ, ਜਿਹੜਾ ਵੀ ਕੋਈ ਬੰਦਾ ਧਾਰਮਿਕ ਕਰਮ ਕਰਦਾ ਸੀ ਰੱਬ ਦੇ ਨਾਂ ਤੇ, ਧਰਮ ਦੇ ਨਾਂ ਤੇ, ਸ਼ਰਧਾ ਦੇ ਨਾਮ ਤੇ, ਭਾਵਨਾ ਦੇ ਨਾਂ ਤੇ, ਉਹਨਾਂ ਦੀਆਂ ਅੱਖਾਂ ਖੋਲ੍ਹਣ ਦੇ ਲਈ ਕਬੀਰ ਜੀ ਨੇ ਇਹ ਸ਼ਬਦ ਦੇ ਵਿੱਚ ਕੁਝ ਅਜਿਹੇ ਸ਼ਬਦ ਵਰਤੇ ਨੇ ਜਿਨ੍ਹਾਂ ਨੂੰ ਜੇ ਦਿਲ ਦੇ ਨਾਲ, ਸਮਝ ਦੇ ਨਾਲ ਸੁਣ ਲਈਏ ਤੇ ਵਾਸਤਵ ਦੇ ਵਿੱਚ ਸਾਡੀਆਂ ਅੱਖਾਂ ਖੁੱਲ੍ਹ ਸਕਦੀਆਂ ਨੇ। ਹੋਇਆ ਕੀ ਕਿ ਅਸਲ ਦੇ ਵਿੱਚ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਕਿਹਾ ਹੈ, ਏਕੋ ਕਿਹਾ ਹੈ, ਕਬੀਰ ਜੀ ਨੇ ਵੀ ਐਸੀ ਗੱਲ ਕੀਤੀ ਹੈ। ਕਬੀਰ ਜੀ ਕਹਿਣ ਲੱਗੇ ਕਿ ਰੱਬ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਹਰ ਇੱਕ ਬੰਦੇ ਨੇ ਬਣਾਇਆ। ਮੈਂ ਪਿਛਲੇ ਇੱਕ ਵੀਡੀਓ ਦੇ ਵਿੱਚ ਜ਼ਿਕਰ ਵੀ ਕੀਤਾ ਸੀ, ਅੱਜ ਫਿਰ ਗੱਲ ਦੁਹਰਾ ਦੇਵਾਂ ਕਿ ਅਸਲ ਦੇ ਵਿੱਚ ਜਿਹੜਾ ਨੈਚੁਰਲ ਹੈ, ਜੋ ਵਾਸਤਵਿਕ ਹੈ, ਜੋ ਰੀਅਲਟੀ ਹੈ, ਜੋ ਕੁਦਰਤੀ ਹੈ, ਕੁਦਰਤੀ ਕੋਈ ਵੀ ਚੀਜ਼ ਨੂੰ ਬੰਦੇ ਨੇ ਜਿਹੜਾ ਨਹੀਂ ਬਣਾਇਆ, ਕੁਦਰਤੀ ਚੀਜ਼ ਨੂੰ ਧਰਤੀ ਦਾ ਹਰ ਇੱਕ ਜੀਵ ਬਰਾਬਰ ਵਰਤਦਾ ਤੇ ਉਹ ਸਾਰਿਆਂ ਲਈ ਉਹਦੇ ਨਿਯਮ, ਉਹਦੇ ਰੂਲ ਇੱਕੋ ਜਿਹੇ ਨੇ। ਬਸ ਉਹਨੂੰ ਆਪਣੀ ਸਮਝ ਮੁਤਾਬਕ ਬੰਦਾ ਆਪਣੇ ਤਰੀਕੇ ਨਾਲ ਯੂਜ਼ ਕਰ ਸਕਦਾ ਹੈ, ਲੇਕਿਨ ਉਹ ਰੂਲ, ਉਹ ਨਿਯਮ ਬਦਲਦੇ ਨਹੀਂ। ਪਰ ਜਿਹੜੀ ਚੀਜ਼ ਬੰਦੇ ਨੇ ਬਣਾਈ ਹੁੰਦੀ ਹੈ ਉਹ ਬੰਦੇ ਦੇ ਅਕੋਰਡਿੰਗ ਹੀ ਕੰਮ ਕਰਦੀ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਨਸਾਨ ਨੇ ਬਣਾਈਆਂ ਨੇ, ਇਨਸਾਨ ਆਪਣੇ ਫਾਇਦੇ ਲਈ ਉਹਨਾਂ ਨੂੰ ਚੁਣਦਾ ਹੈ। ਜਿਹੜੀ ਚੀਜ਼, ਜੋ ਵਸਤੂ ਕੁਦਰਤੀ ਹੈ ਉਹ ਸਾਰਿਆਂ ਲਈ, ਸਾਰੇ ਜੀਵਾਂ ਲਈ ਇੱਕੋ ਜਿਹੀ ਹੈ, ਪਰ ਜਿਹੜੀ ਇਨਸਾਨ ਨੇ ਬਣਾਈ ਹੈ ਉਹਨੂੰ ਕੇਵਲ ਇਨਸਾਨ ਵਰਤ ਸਕਦਾ ਹੈ। ਫਰਜ਼ ਕਰੋ ਕਿ ਮੋਬਾਈਲ ਹੈ, ਟੀਵੀ ਹੈ, ਜੋ ਵੀ ਅੱਜ ਦੇ ਸਾਧਨ ਹੈ, ਇਹ ਜੋ ਇਨਸਾਨ ਨੇ ਬਣਾਏ ਹੈ ਉਹ ਹੋਰ ਕਿਸੇ ਜਾਨਵਰ ਦੇ ਕੰਮ ਨਹੀਂ ਆਉਂਦੇ, ਹੋਰ ਕਿਸੇ ਪਸ਼ੂ ਪੰਛੀ ਦੇ ਕੰਮ ਨਹੀਂ ਆਉਂਦੇ, ਇਹਨੂੰ ਕੇਵਲ ਇਨਸਾਨ ਵਰਤਦਾ ਹੈ। ਇਸੇ ਤਰ੍ਹਾਂ ਜਿਹੜਾ ਧਰਮ ਹੈ ਜਾਂ ਜੋ ਧਰਮ ਦੀ ਪਰਿਭਾਸ਼ਾ ਦਿੱਤੀ ਜਾਂਦੀ ਹੈ ਉਹ ਕੇਵਲ ਇਨਸਾਨ ਦੇ ਲਈ ਹੈ, ਕਿਉਂਕਿ ਇਨਸਾਨ ਦੇ ਦਿਮਾਗ ਦੀ ਉਪਜ ਹੈ। ਇਨਸਾਨ ਨੇ ਹੀ ਉਹ ਕਾਇਦੇ ਕਾਨੂੰਨ ਧਰਮ ਦੇ ਨਾਮ ਤੇ ਬਣਾਏ ਹੋਏ ਨੇ। ਸਾਰਾ ਕੁਝ ਬੰਦੇ ਨੇ ਬਣਾਇਆ, ਇਨਸਾਨ ਨੇ, ਮਨੁੱਖ ਨੇ ਬਣਾਇਆ ਆਪਣੇ ਅਕੋਰਡਿੰਗ। ਪਰ ਕੀ ਹੋਇਆ ਕਿ ਉਹ ਕੁਝ ਚਲਾਕ ਲੋਕਾਂ ਨੇ ਉਹਨਾਂ ਸਾਰਿਆਂ ਨੂੰ ਇੱਕ ਐਸੀ ਸ਼ਕਤੀ ਨਾਲ ਜੋੜ ਦਿੱਤਾ ਜਿਹਨੂੰ ਉਹਨਾਂ ਨੇ ਰੱਬ ਕਿਹਾ, ਪਰਮਾਤਮਾ ਕਿਹਾ, ਅੱਲਾਹ ਕਿਹਾ, ਗੌਡ ਕਿਹਾ, ਵਾਹਿਗੁਰੂ, ਕਈ ਤਰ੍ਹਾਂ ਦੇ ਸ਼ਬਦ ਉਹਨਾਂ ਨੇ ਵਰਤੇ ਕਿ ਐਸੀ ਕੋਈ ਸ਼ਕਤੀ ਹੈ ਇਸ ਦੁਨੀਆ ਨਾਲੋਂ ਵੱਖ ਜਿਹਨੂੰ ਜਾ ਕੇ ਅਸੀਂ ਮਿਲਣਾ ਤੇ ਉਹਨੂੰ ਮਿਲਣ ਦੇ ਲਈ ਪਹਿਲਾਂ ਉਹਨੂੰ ਖੁਸ਼ ਕਰਨਾ ਪਵੇਗਾ ਤੇ ਖੁਸ਼ ਕਰਨ ਦੇ ਲਈ ਜਿਹੜੇ ਅਸੀਂ ਦੱਸ ਰਹੇ ਹਾਂ ਇਹ ਕੰਮ ਕਰਨੇ ਪੈਣਗੇ। ਕਬੀਰ ਜੀ ਨੇ ਇੱਕ ਗੱਲ ਕਹੀ ਕਿ ਜੇ ਕੋਈ ਐਸੀ ਐਨਰਜੀ, ਪਾਵਰ ਹੈ ਤੇ ਉਹ ਸਾਰੇ ਵਿਆਪਕ ਹੈ। ਨਾਮਦੇਵ ਜੀ ਨੇ ਵੀ ਸ਼ਬਦ ਵਰਤੇ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਗੁਰੂ ਨਾਨਕ ਸਾਹਿਬ ਨੇ ਵੀ ਐਸੇ ਸ਼ਬਦ ਵਰਤੇ, ਕਬੀਰ ਜੀ ਨੇ ਵੀ ਸ਼ਬਦ ਵਰਤੇ। ਇਸੇ ਤਰ੍ਹਾਂ ਕਬੀਰ ਜੀ ਵੀ ਕਹਿੰਦੇ ਕਿ ਅਸਲ ਦੇ ਵਿੱਚ ਜਿਹਨੂੰ ਤੂੰ ਕੇਵਲ ਮਸੀਤ ਵਿੱਚ ਖੋਜਦਾ ਹੈ ਉਹ ਤੇ ਸਾਰੀ ਦੁਨੀਆ ਦੇ ਵਿੱਚ, ਕੁਦਰਤ ਦੇ ਵਿੱਚ ਵਸਦਾ ਹੈ। ਜਿਵੇਂ ਕਹਿੰਦੇ ਨੇ ਕਿ ਜਿਹੜਾ ਜੋਗੀ ਹੈ ਉਹ ਗੋਰਖ ਦਾ ਨਾਮ ਸਿਮਰਦਾ ਹੈ। जोगी गोरख गोरख करे, हिंदू राम नाम उचरै, मुसलमान का एक खुदाए, कबीर का स्वामी रहया समाए। वो सारे पासे समाया एनर्जी है, पावर है, रूल ऑफ नेचर है, हर थां ते हर एक दे लई इक्को जिहा है। वो किसी दे लई कोई बदलाव नहीं, चाहे उन्होंने कोई खुश करन लग जाए, चाहे ਉਹਦੇ ਲਈ ਕੋਈ ਅਰਦਾਸਾਂ ਕਰੇ, ਬੇਨਤੀਆਂ ਕਰੇ, ਕੋਈ ਪਾਠ ਸਿਮਰਨ, ਨਿਤਨੇਮ, ਭਜਨ, ਕੋਈ ਕਰਮਕਾਂਡ ਕਿਸੇ ਤਰੀਕੇ ਦਾ ਜਿਨ੍ਹਾਂ ਦਾ ਜ਼ਿਕਰ ਇੱਥੇ ਕਬੀਰ ਜੀ ਨੇ ਕੀਤਾ, ਕੁਛ ਵੀ ਕਰੇ ਕਿਸੇ ਵੀ ਤਰੀਕੇ ਦੇ ਨਾਲ, ਉਹ ਇੱਦਾਂ ਦੀ ਚੀਜ਼ ਹੈ, ਉਹਨੇ ਖੁਸ਼ ਨਹੀਂ ਹੋ ਜਾਣਾ, ਬਲਕਿ ਉਹਨੂੰ ਪਛਾਣਨਾ ਪੈਣਾ। ਤੇ ਇੱਥੇ ਕਬੀਰ ਜੀ ਕਹਿਣ ਲੱਗੇ
क्या नांगे क्या बांधे चाम, जब नहीं चीनस आत्म राम। जितना ਚਿਰ ਉਹ ਆਤਮ ਰਾਮ ਜਿਹੜਾ ਰਮਿਆ ਹੋਇਆ ਹੈ, ਜੋ ਸਭ ਦਾ ਆਤਮਾ ਹੈ, ਜੋ ਸਭ ਦੇ ਵਿੱਚ ਵਿਆਪਕ ਹੈ, ਜੋ ਸਭ ਦੀ એનર્ਜੀ ਹੈ, ਸਭ ਦੇ ਅੰਦਰ ਜੋ એનર્ਜੀ ਹੈ, ਉਹ ਰਮੇ ਹੋਏ ਨੂੰ ਜਿੰਨੇ ਚਿਰ ਪਛਾਣਦੇ ਨਹੀਂ ਉਨੀ ਦੇਰ ਚਾਹੇ ਨੰਗੇ ਰਹੀਏ ਤੇ ਚਾਹੇ ਉੱਪਰ ਚੰਮ ਲਪੇਟ ਲਈਏ। ਕਿਉਂਕਿ ਬਹੁਤ ਸਾਰੇ ਧਰਮ ਦੀ ਆਟ ਹੇਠ ਜਿਹੜੇ ਲੋਕ ਸੀ ਉਹ ਮਿਰਗਸ਼ਾਲਾ ਆਦਿਕ ਚਮੜਾ ਜਿਹੜਾ ਹੈ ਉਹ ਸਰੀਰ ਤੇ ਲਪੇਟ ਲੈਂਦੇ ਸੀ। ਉਹਨਾਂ ਦਾ ਹਰ ਇੱਕ ਦਾ ਤਰੀਕਾ ਸੀ ਕਿ ਅਸੀਂ ਇਸ ਤਰੀਕੇ ਦੇ ਨਾਲ ਆਹ ਕੱਪੜੇ ਪਾ ਕੇ, ਗਰਮ ਕੱਪੜੇ ਪਾ ਕੇ ਤੇ ਰੱਬ ਨੂੰ ਖੁਸ਼ ਕਰ ਲੈਣਾ ਹੈ। ਕਿਸੇ ਨੂੰ ਇਹ ਸੀ ਕਿ ਨੰਗੇ ਰਹਿਣ ਦੇ ਨਾਲ ਉਹਨੇ ਮਿਲ ਜਾਣਾ। ਕਬੀਰ ਜੀ ਨੇ ਉਹਨਾਂ ਸਾਰਿਆਂ ਕੰਮਾਂ ਦਾ ਜ਼ਿਕਰ ਕੀਤਾ। ਕਹਿਣ ਲੱਗੇ ਨਗਨ ਫਿਰਤ ਜਾਓ ਪਾਈਐ ਜੋਗ। ਕਹਿਣ ਲੱਗੇ ਜੇ ਜੋਗ ਜੁੜਨਾ, ਜੇ ਜੁੜਿਆ ਜਾ ਸਕਦਾ ਹੈ ਨੰਗੇ ਫਿਰਨ ਦੇ ਨਾਲ, ਕਿਉਂਕਿ ਕੁਛ ਲੋਕ ਉਹ ਸੀ ਜਿਹੜੇ ਕਹਿੰਦੇ ਸੀ ਸਾਰਾ ਕੁਝ ਹੀ ਤਿਆਗ ਦਿਓ ਕਿਉਂਕਿ ਸਾਰੀ ਮਾਇਆ ਹੈ, ਸਾਰੀ ਮਾਇਆ ਨੂੰ ਤਿਆਗ ਦਿੱਤਾ ਜਾਏ, ਕੋਈ ਲਾਲਸਾ ਕੋਈ ਇੱਛਾ ਨਾ ਰਹੇ, ਕੱਪੜੇ ਉਤਾਰ ਕੇ ਜੰਗਲ ਦੇ ਵਿੱਚ ਚਲੇ ਜਾਓ, ਜੋ ਮਿਲ ਜਾਏ ਉਹ ਖਾ ਲੈਣਾ ਤੇ ਇੱਦਾਂ ਹੀ ਉਹਦੀ ਭਗਤੀ ਕਰਨੀ ਆ, ਤਪ ਕਰਨਾ, ਬੰਦਗੀ ਕਰਨੀ ਆ, ਇੱਦਾਂ ਨੰਗੇ ਫਿਰਨ ਦੇ ਨਾਲ ਉਹ ਰੱਬ ਮਿਲ ਜਾਣਾ। ਤੇ ਕਬੀਰ ਜੀ ਕਹਿਣ ਲੱਗੇ ਕਿ ਜੇ ਇਸ ਤਰ੍ਹਾਂ ਹੁੰਦਾ ਤਾਂ ਫਿਰ ਕੀ ਹੋਣਾ ਸੀ, ਬਨ ਕਾ ਮਿਰਗ ਮੁਕਤ ਸਭ ਹੋਗ। ਜੇ ਨੰਗੇ ਫਿਰਨ ਦੇ ਨਾਲ ਉਹ ਐਸਾ ਕੋਈ ਰੱਬ ਖੁਸ਼ ਹੋਣਾ ਸੀ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਜਾਨਵਰ ਹੈ, ਜੰਗਲ ਦੇ ਜਾਨਵਰ ਹੈ, ਮਿਰਗ ਆਦਿਕ ਜਿਹੜੇ ਵੀ ਜਾਨਵਰ ਹੈਗੇ ਆ ਉਹ ਹਮੇਸ਼ਾ ਨੰਗੇ ਹੀ ਰਹਿੰਦੇ ਆ ਤੇ ਉਹ ਸਾਰੇ ਦੇ ਸਾਰਿਆਂ ਨੂੰ ਪਹਿਲਾਂ ਉਹ ਮਿਲ ਜਾਣਾ ਸੀ ਪ੍ਰਮਾਤਮਾ, ਉਹਨਾਂ ਨੂੰ ਮੁਕਤੀ ਮਿਲ ਜਾਣੀ ਸੀ। ਜਿਹੜੀ ਮੁਕਤੀ ਦੇ ਲਈ ਤੁਸੀਂ ਸੰਸਾਰ ਦੇ ਪਾਏ ਹੋਏ ਕੱਪੜਿਆਂ ਨੂੰ ਲਾਹ ਕੇ ਜੰਗਲ ਦੇ ਵਿੱਚ ਲੈ ਜਾਣੇ। ਯਾਨੀ ਇੱਕ ਕਰੜੇ ਸ਼ਬਦਾਂ ਦੇ ਵਿੱਚ ਉਹਨਾਂ ਧਾਰਮਿਕ ਅਖੌਤੀ ਧਾਰਮਿਕ ਲੋਕਾਂ ਦੇ ਲਈ ਇਹ ਸ਼ਬਦ ਵਰਤੇ ਨੇ। ਅੱਜ ਦਾ ਕੀ ਹੋਇਆ, ਅੱਜ ਜਦੋਂ ਵੀ ਅਸੀਂ ਕਿਸੇ ਨੂੰ ਇੱਦਾਂ ਦਾ ਕੋਈ ਸ਼ਬਦ ਵਰਤ ਦਈਏ ਤਾਂ ਉਸੇ ਵੇਲੇ ਰੌਲਾ ਪਾਉਣ ਲੱਗ ਜਾਂਦੇ ਨੇ ਇਹ ਧਰਮ ਦੇ ਆਗੂ, ਧਰਮ ਦੀ ਆੜ ਹੇਠ, ਕਿ ਤੁਸੀਂ ਕਿਸੇ ਦੀ ਸ਼ਰਧਾ ਤੇ ਸੱਟ ਮਾਰ ਦਿੱਤੀ, ਕਿਸੇ ਦੀ ਭਾਵਨਾ ਭੜਕਾ ਦਿੱਤੀ। ਅੱਜ ਕੱਲ੍ਹ ਭਾਵਨਾ ਜਿਹੜੀ ਹੈ ਬੜੀ ਸੌਖੀ ਭਟਕ ਜਾਂਦੀ ਹੈ। ਤਾਂ ਹੀ ਕਹੀਦਾ ਕਿ ਭਾਈ ਆਪਣੀ ਭਾਵਨਾ ਨੂੰ ਤਕੜਾ ਕਰੋ, ਇੰਨੀ ਜਲਦੀ ਨਹੀਂ ਤੁਹਾਡੀ ਭਾਵਨਾ ਭੜਕਣੀ ਚਾਹੀਦੀ। ਇੰਨੀ ਜਲਦੀ ਭਾਵਨਾ ਭੜਕਦੀ ਜਦੋਂ ਕਿਸੇ ਨੂੰ ਕੋਈ ਸ਼ਬਦ ਕਹਿ ਦਈਏ। ਕਹਿਣ ਲੱਗੇ ਕਿ ਜੇ ਨਗਨ ਫਿਰਨ ਦੇ ਨਾਲ ਜੋਗ ਹੁੰਦਾ, ਨੰਗੇ ਰਹਿਣ ਨਾਲ ਮਿਲ ਜਾਂਦਾ ਤਾਂ ਪਸ਼ੂ ਜਿਹੜੇ ਆ ਉਹ ਸਾਰੇ ਨੰਗੇ ਰਹਿੰਦੇ ਨੇ, ਉਹਨਾਂ ਨੂੰ ਮੁਕਤੀ ਮਿਲ ਜਾਣੀ ਸੀ। ਯਾਨੀ ਪਸ਼ੂ ਬਣ ਸਕਦੇ ਹੋ ਨੰਗੇ ਰਹਿ ਕੇ, ਦੋ ਤੇ ਕੁਛ ਹੋਰ ਨਹੀਂ। ਫਿਰ ਕਹਿੰਦੇ ਕਿਆ ਨਾਂਗੇ ਕਿਆ ਬਾਂਧੇ ਚਾਮ, ਕੀ ਨੰਗੇ ਰਹਿਣ ਨਾਲ ਤੇ ਕੀ ਚੰਮ ਦੇ ਕੱਪੜੇ ਚਮਕ ਸਰੀਰ ਤੇ ਬੰਨਣ ਨਾਲ ਕੁਛ ਬਣ ਜਾਣਾ। ਜਬ ਨਹੀਂ ਚੀਨਸ ਆਤਮ ਰਾਮ, ਜਿੰਨੀ ਦੇਰ ਉਹਦੀ ਪਹਿਚਾਣ ਨਹੀਂ ਆ ਜਾਂਦੀ, ਜਿੰਨੀ ਚਿਰ ਜਿਸ ਨੂੰ ਤੁਸੀਂ ਖੋਜ ਰਹੇ ਹੋ, ਜਿਹਦੀ ਖੋਜਣ ਦੀ ਗੱਲ ਕਰ ਰਹੇ ਹੋ, ਉਹਦੀ ਪਹਿਚਾਣ ਹੀ ਨਹੀਂ ਹੈ, ਯਾਨੀ ਗਿਆਨ ਤੋਂ ਬਿਨਾਂ ਕੁਝ ਵੀ ਕਰਨਾ ਤਾਂ ਤੁਹਾਡੇ ਲਈ ਪਸ਼ੂਆਂ ਦੇ ਬਰਾਬਰ ਹੈ। ਅੱਗੇ ਕਹਿੰਦੇ ਮੂੰਡ ਮੁੰਡਾਏ ਜੋ ਸਦ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਮੂੰਡ ਮੁੰਡਨ ਕਰਦੇ ਸੀ ਬਹੁਤ ਲੋਕ, ਰੱਬ ਨੂੰ, ਰੱਬ ਦੇ ਨਾਂ ਤੇ, ਧਰਮ ਦੇ ਨਾਂ ਤੇ, ਮਰਿਆਦਾ ਦੇ ਨਾਮ ਤੇ ਮੁੰਡਨ ਕਰਨਾ, ਸਿਰ ਜਿਹੜਾ ਮੁੰਨ ਦੇਣਾ, ਪੂਰੇ ਸਿਰ ਦੇ ਵਾਲ ਲਾ ਕੇ ਕਹਿਣਾ ਕਿ ਏਦਾਂ ਉਹ ਖੁਸ਼ ਹੋਣਾ। ਬਹੁਤ ਸਾਰੇ ਪੰਡਤ ਬ੍ਰਾਹਮਣ ਹੁੰਦੇ ਸੀ, ਉਹ ਵੀ ਆਪਣਾ ਸਿਰ ਮੁੰਨ ਕੇ ਇੱਕ ਚੋਟੀ ਰੱਖ ਲੈਂਦੇ ਸੀ। ਕਹਿਣ ਲੱਗੇ ਜੇ ਏਦਾਂ ਹੁੰਦਾ ਤਾਂ ਸਭ ਤੋਂ ਪਹਿਲਾਂ ਇਹ ਮੁਕਤੀ ਤਾਂ ਫਿਰ ਭੇਡ ਨੂੰ ਮਿਲਣੀ ਸੀ, ਕਿਉਂਕਿ ਭੇਡਾਂ ਨੂੰ ਪਾਲਣ ਵਾਲੇ ਭੇਡਾਂ ਦੀ ਉੱਨ ਲਾਉਂਦੇ ਨੇ, ਉਹਨਾਂ ਨੂੰ ਮੁੰਨ ਲੈਂਦੇ ਨੇ ਤੇ ਉਹ ਤਾਂ ਹਰ ਵਾਰ ਮੁੰਨੀਆਂ ਜਾਂਦੀਆਂ ਨੇ। ਉਹਨਾਂ ਤੇ ਤਾਂ ਜਦੋਂ ਥੋੜ੍ਹੀ ਜਿਹੀ ਉੱਨ ਆ ਜਾਂਦੀ ਹੈ, ਉਹਦੀ ਉੱਨ ਉਦੋਂ ਹੀ ਲਾ ਕੇ ਫਿਰ ਉਹਦੇ ਵਸਤਰ ਆਦਿਕ ਬਣਾਏ ਜਾਂਦੇ ਨੇ, ਉੱਨੀ ਕੱਪੜੇ ਬਣਾਏ ਜਾਂਦੇ ਨੇ। ਤਾਂ ਫਿਰ ਇਹ ਮੁਕਤੀ ਜਿਹੜੀ ਆ ਭੇਡ ਦੇ ਵਾਸਤੇ ਕਿਤੇ ਗਈ ਨਹੀਂ ਸੀ, ਭੇਡ ਨੂੰ ਤੇ ਪਹਿਲਾਂ ਹੀ ਇਹ ਮੁਕਤੀ ਮਿਲ ਜਾਣੀ ਸੀ। ਫਿਰ ਮੁਕਤ ਭੇਡ ਕਿਉਂ ਨਾ ਮੁਕਤ ਹੋਈ। ਬਿੰਦ ਰਾਖ ਜੋ ਤਰੀਏ ਭਾਈ, ਖੁਸ਼ ਰਹਿ ਕਿਉਂ ਨਾ ਪਰਮਗਤ ਪਾਈ। ਇੱਕ ਕੰਮ ਹੋਰ ਸੀ ਉਸ ਵੇਲੇ, ਕਹਿੰਦੇ ਸੀ ਕਿ ਬਾਲ ਬ੍ਰਹਮਚਾਰੀ ਰਹਿਣਾ, ਯਾਨੀ ਜਿਹੜਾ ਸੰਬੰਧ ਹੈ ਕਿਸੇ ਇਸਤਰੀ ਦੇ ਨਾਲ ਉਹ ਨਹੀਂ ਬਣਾਉਣੇ, ਅਸੀਂ ਵਿਆਹ ਨਹੀਂ ਕਰਾਉਣਾ, ਅਸੀਂ ਇੱਦਾਂ ਹੀ ਬਾਲ ਬ੍ਰਹਮਚਾਰੀ ਰਹਿਣਾ, ਇਸਤਰੀ ਤੋਂ ਦੂਰ ਰਹਿਣਾ, ਅਸੀਂ ਉਹਦੇ ਨਾਲ ਸੰਬੰਧ ਨਹੀਂ ਜੋੜਨੇ। ਕਹਿਣ ਲੱਗੇ ਜੇ ਇਹ ਕੰਮ ਦੇ ਨਾਲ ਜੇ ਇੱਦਾਂ ਹੁੰਦਾ ਇਸ ਤਰੀਕੇ ਨਾਲ ਜੇ ਤਰ ਜਾਣਾ ਸੀ, ਬਿੰਦ ਰਾਖ ਜੋ ਤਰੀਏ ਭਾਈ, ਖੁਸ਼ ਰਹਿ ਕਿਉਂ ਨਾ ਪਰਮਗਤ ਪਾਈ। ਜਿਹੜਾ ਕੁਦਰਤੀ ਤੌਰ ਤੇ ਉਹ ਇੱਕ ਜੈਂਡਰ ਹੈ, ਜਿਹੜਾ ਨਾ ਮੇਲ ਹੈ ਨਾ ਫੀਮੇਲ ਹੈ, ਨਾ ਨਰ ਹੈ ਨਾ ਮੱਧ ਹੈ,
ਜਿਹੜਾ ਕੁਦਰਤੀ ਤੌਰ ਤੇ ਖੁਸਰਾ ਹੈ ਉਹ ਸੰਬੰਧ ਬਣਾ ਨਹੀਂ ਸਕਦਾ, ਤਾਂ ਫਿਰ ਸਭ ਤੋਂ ਪਹਿਲਾਂ ਤਾਂ ਪਰਮ ਗਤੀ ਤਾਂ ਉਸ ਖੁਸਰੇ ਨੂੰ ਮਿਲ ਜਾਣੀ ਸੀ, ਕਿਉਂਕਿ ਉਹ ਵੀ ਕਿਸੇ ਨਾਲ ਆਪਣੇ ਸਰੀਰਕ ਸੰਬੰਧ ਨਹੀਂ ਬਣਾਉਂਦਾ, ਤੇ ਤੁਸੀਂ ਵੀ ਜੇ ਨਾ ਬਣਾਓਗੇ ਤਾਂ ਫਿਰ ਉਹਦੇ ਬਰਾਬਰ ਹੋ ਸਕਦੇ ਹੋ, ਇਦੋਂ ਉੱਤੇ ਹੋਰ ਕੁਝ ਨਹੀਂ। ਸਭ ਤੋਂ ਪਹਿਲਾਂ ਫਿਰ ਮੁਕਤੀ ਉਹਨੂੰ ਮਿਲਣੀ ਸੀ। ਇਸ ਤਰ੍ਹਾਂ ਕਬੀਰ ਜੀ ਕਹਿਣ ਲੱਗੇ ਕਿ ਭਾਈ ਜਿੰਨਾ ਕੁਝ ਮਰਜ਼ੀ ਕਰ ਲਓ, ਕਹੋ ਕਬੀਰ ਸੁਣੋ ਨਰ ਭਾਈ। ਕਹਿਣ ਲੱਗੇ ਕਬੀਰ ਜੀ ਕਹਿੰਦੇ ਸੁਣੋ ਭਾਈ, ਬੰਦਿਓ ਸੁਣੋ, ਰਾਮ ਨਾਮ ਬਿਨ ਕਿਨ ਗਤ ਪਾਈ। ਰਾਮ ਦੇ ਨਾਮ ਤੋਂ ਬਿਨਾ ਕਿਸੇ ਨੇ ਗਤੀ ਮੁਕਤੀ ਨਹੀਂ ਪਾਈ। ਹੁਣ ਇਹਦੇ ਸਮਝ ਲਈਏ ਰਾਮ ਦੇ ਨਾਮ ਦੀ ਗੱਲ, ਕਿਉਂਕਿ ਅੱਜ ਬੜਾ ਵੱਡਾ ਧਾਰਮਿਕ ਕਰਮਕਾਂਡ ਰਾਮ ਦੇ ਨਾਮ ਤੇ ਹੀ ਹੁੰਦਾ ਹੈ, ਜਿਹਦੇ ਲਈ ਕਬੀਰ ਜੀ ਨੇ ਕਿਹਾ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਏਦਾਂ ਰਾਮ ਰਾਮ, ਕੋਈ ਰਾਮ ਰਾਮ ਉਚਾਰੇ, ਕੋਈ ਅੱਲਾਹੂ ਅੱਲਾਹੂ ਉਚਾਰੇ, ਕੋਈ ਵਾਹਿਗੁਰੂ ਵਾਹਿਗੁਰੂ ਉਚਾਰੇ। ਜੇ ਏਦਾਂ ਇੱਕ ਸ਼ਬਦ ਦਾ ਰਟਨ ਕਰਨ ਵੀ ਲੱਗ ਜਾਈਏ ਤਾਂ ਏਦਾਂ ਵੀ ਇਹਦਾ ਮਤਲਬ ਰਾਮ ਦਾ ਨਾਮ ਨਹੀਂ ਹੈ। ਨਾਮ ਦੀ ਸੌਖੀ ਜੀ ਆਪਾਂ ਗੱਲ ਸਮਝ ਲਈਏ, ਨਾਮ ਦਾ ਮਤਲਬ ਹੁੰਦਾ ਪਹਿਚਾਣ। ਕਿਉਂਕਿ ਕਿਸੇ ਵੀ ਬੰਦੇ ਦਾ ਜਦੋਂ ਨਾਮ ਲਈਏ, ਕਿਸੇ ਵੀ ਚੀਜ਼ ਦਾ ਨਾਮ ਲਈਏ, ਉਹਦੇ ਗੁਣ, ਉਹਦੀ ਸ਼ਕਲ ਸਾਡੇ ਸਾਹਮਣੇ ਆ ਜਾਂਦੀ। ਜੇ ਉਹ ਬੰਦਾ ਸਾਡੇ ਸਾਹਮਣੇ ਨਹੀਂ ਹੈ ਤਾਂ ਉਹਦੀ ਸ਼ਕਲ, ਉਹਦੇ ਗੁਣ, ਉਹਦੀਆਂ ਆਦਤਾਂ, ਉਹਦਾ ਸੁਭਾਅ ਸਾਡੇ ਸਾਹਮਣੇ ਆ ਜਾਂਦਾ ਹੈ। ਯਾਨੀ ਨਾਮ ਲੈਣ ਸਾਰ ਸਾਨੂੰ ਉਹਦੀ ਪਹਿਚਾਣ ਹੁੰਦੀ ਹੈ, ਜੇ ਅਸੀਂ ਪਹਿਲਾਂ ਵੇਖਿਆ ਹੋਇਆ ਹੈ। ਇਸੇ ਤਰ੍ਹਾਂ ਰਾਮ ਦੇ ਨਾਮ ਦਾ ਮਤਲਬ ਵੀ ਹੈ ਕਿ ਰਾਮ ਦੀ ਅਸਲ ਰਮੇ ਹੋਈ ਦੀ ਪਹਿਚਾਣ ਕਰ ਲੈਣੀ। ਸ਼ਬਦ ਵਿੱਚ ਵੀ ਕਬੀਰ ਜੀ ਕਹਿੰਦੇ ਨੇ ਜਬ ਨਹੀਂ ਚੀਨਸ ਆਤਮ ਰਾਮ, ਜਿੰਨੀ ਚਿਰ ਪਹਿਚਾਣ ਨਹੀਂ ਹੈ। ਹੁਣ ਪਛਾਣ ਕਾਹਦੇ ਨਾਲ ਹੋਣੀ ਹੈ? ਗਿਆਨ ਦੇ ਨਾਲ, ਅਕਲ ਦੇ ਨਾਲ, ਸਮਝ ਦੇ ਨਾਲ। ਹੁਣ ਇਹਦੇ ਲਈ ਸਾਨੂੰ ਦੇਖਣਾ ਪੈਣਾ ਕਿ ਜਿਹਨੂੰ ਉਹ ਲੋਕ ਲੱਭਣ ਦੇ ਲਈ ਆਹ ਸਾਰੇ ਕਰਮ ਕਰਦੇ ਨੇ, ਕਿ ਉਹ ਇਹਨਾਂ ਕੰਮਾਂ ਨਾਲ ਮਿਲਦਾ। ਜੇ ਮਿਲਦਾ ਹੁੰਦਾ ਤਾਂ ਫਿਰ ਪਸ਼ੂਆਂ ਨੂੰ ਮਿਲ ਜਾਂਦਾ, ਭੇਡਾਂ ਨੂੰ ਮਿਲ ਜਾਂਦਾ, ਖੁਸਰਿਆਂ ਨੂੰ ਮਿਲ ਜਾਂਦਾ, ਇਹਨਾਂ ਲੋਕਾਂ ਨੂੰ ਮਿਲ ਜਾਂਦਾ, ਇਹਨਾਂ ਚੀਜ਼ਾਂ ਨੂੰ ਮਿਲ ਜਾਂਦਾ। ਪਰ ਨਹੀਂ, ਜੇ ਇਹਨਾਂ ਨੂੰ ਨਹੀਂ ਮਿਲਿਆ ਤਾਂ ਇਹਦਾ ਮਤਲਬ ਹੈ ਕਿ ਇਹੋ ਜਿਹੇ ਕਰਮ ਜਿੰਨੇ ਮਰਜ਼ੀ ਕਰ ਲਏ ਜਾਣ, ਇੱਦਾਂ ਦੀ ਕੋਈ ਪਹਿਚਾਣ ਨਹੀਂ ਤੁਹਾਨੂੰ ਹੋਣੀ। ਸਭ ਤੋਂ ਪਹਿਲਾਂ ਜਿਸ ਕਰਮ ਨੂੰ ਚੱਲੇ ਆ ਉਹਦਾ ਪਤਾ ਹੋਣਾ ਚਾਹੀਦਾ। ਅਸੀਂ ਸੰਸਾਰ ਦਾ ਕੋਈ ਵੀ ਕਰਮ ਕਰੀਏ, ਸਭ ਤੋਂ ਪਹਿਲਾਂ ਸਾਡੇ ਲਈ ਜ਼ਰੂਰੀ ਹੁੰਦਾ ਹੈ ਕਿ ਜਿਸ ਰਾਹ ਜਾਣਾ ਹੈ ਉਸ ਰਾਹ ਦਾ ਮੈਪ, ਉਸ ਰਾਹ ਦਾ ਨਕਸ਼ਾ, ਉਸ ਰਸਤੇ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਜੇ ਸਾਨੂੰ ਰਾਹ ਦਾ ਨਹੀਂ ਪਤਾ, ਅਸੀਂ ਕਦੇ ਵੀ ਚੱਲਣ ਲਈ ਤਿਆਰ ਨਹੀਂ ਹੁੰਦੇ। ਜੇ ਸਾਨੂੰ ਦੁਕਾਨਦਾਰੀ ਜਾਂ ਕੋਈ ਕਿੱਤਾ ਕਰਨਾ ਹੋਵੇ, ਜੇ ਸਾਨੂੰ ਉਸ ਕੰਮ ਦਾ ਨੌਲੇਜ ਨਹੀਂ ਤਾਂ ਅਸੀਂ ਉਸ ਕੰਮ ਨੂੰ ਹੱਥ ਨਹੀਂ ਪਾਉਂਦੇ, ਕਿਉਂਕਿ ਸਾਨੂੰ ਇਹਦੇ ਬਾਰੇ ਪਤਾ ਨਹੀਂ। ਜੇ ਸਕੂਲ ਦੇ ਵਿੱਚ ਪੜ੍ਹਨਾ, ਬੱਚਿਆਂ ਨੂੰ ਪਾਉਣਾ ਹੋਵੇ, ਜੇ ਸਕੂਲ ਦੇ ਬਾਰੇ ਕੁਝ ਵੀ ਪਤਾ ਨਾ ਹੋਵੇ ਕਿ ਉੱਥੇ ਟੀਚਰ ਕਿਹੋ ਜਿਹੇ ਆ, ਪੜ੍ਹਾਈ ਕਿਹੋ ਜਿਹੀ ਆ, ਸਾਰਾ ਕੁਝ ਨਾ ਹੋਵੇ, ਅਸੀਂ ਬੱਚਿਆਂ ਨੂੰ ਸਕੂਲ ਪੜ੍ਹਨ ਨਹੀਂ ਪਾਉਂਦੇ। ਇਸੇ ਤਰ੍ਹਾਂ ਸੰਸਾਰ ਦੇ ਕੋਈ ਵੀ ਕਰਮ ਅਸੀਂ ਬਿਨਾਂ ਗਿਆਨ ਤੋਂ ਨਹੀਂ ਕਰਦੇ, ਲੇਕਿਨ ਇੱਕੋ ਇੱਕ ਇਹ ਧਰਮ ਦੀ ਆੜ ਹੇਠ ਉਹ ਕੰਮ ਕਰਾਏ ਜਾਂਦੇ ਆ ਜਿਹਦੇ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ। ਬਸ ਇੱਕ ਨੇ ਕਹਿ ਦਿੱਤਾ, ਉਹਦੇ ਪਿੱਛੇ ਲੱਗ ਕੇ ਦੂਜੇ ਨੇ ਕਰ ਲਿਆ, ਇੱਕ ਨੇ ਕਹਿ ਦਿੱਤਾ, ਉਹਦੇ ਪਿੱਛੇ ਲੱਗ ਕੇ ਦੂਜੇ ਨੇ ਕਰ ਲਿਆ। ਜੇ ਕਹਿ ਦਿੱਤਾ ਰਾਮ ਨਾਮ ਜਪਣਾ, ਤੇ ਹੁਣ ਅੱਗੇ ਨਹੀਂ ਦੇਖਿਆ ਕਿ ਰਾਮ ਨਾਮ ਜਪਣ ਦਾ ਮਤਲਬ ਕੀ ਹੈਗਾ। ਬਸ ਕਿਸੇ ਨੇ ਕਹਿਤਾ ਰਾਮ ਨਾਮ ਜਪਣਾ ਇਹ ਹੈ ਜੀ ਵਾਹਿਗੁਰੂ 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 ਕਰੋ, ਰਾਮ 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 ਕਰੋ, ਅੱਲਾਹੂ 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 ਕਰੋ। ਕੋਈ ਸਹਿਭੰਗ ਉਚਾਰਦਾ ਸੀ, ਅਨੇਕਾਂ ਤਰ੍ਹਾਂ ਦੇ ਸ਼ਬਦ ਸੀ। ਕਿਸੇ ਨੇ ਕਹਿ ਦਿੱਤਾ ਉਦਾਂ ਦੇ ਕਰ ਲਏ। ਕਿਸੇ ਨੇ ਕਹਿ ਦਿੱਤਾ ਕਿ ਰੋਜ਼ ਇੰਨਾ ਸ਼ਬਦ ਪੜ੍ਹੋ, ਇੰਨਾ ਬਾਣੀ ਪੜ੍ਹੋ, ਇੰਨੇ ਇਹ ਗਾਇਤਰੀ ਮੰਤਰ ਪੜ੍ਹ ਲਓ, ਇੰਨਾ ਇਹ ਫਲਾਨੀ ਨਮਾਜ਼ ਪੜ੍ਹ ਲਓ। ਅੱਗੇ ਦਾ ਮਤਲਬ ਕੀ ਹੋਣਾ ਇਹ ਕਿਸੇ ਨੇ ਪਛਾਣਿਆ ਨਹੀਂ, ਇਸ ਲਈ ਸਾਰੀ ਦੁਨੀਆ ਇੱਕ ਪਾਸੇ ਨੂੰ ਚੱਲ ਪਈ। ਲੇਕਿਨ ਕਬੀਰ ਜੀ ਕਹਿਣ ਲੱਗੇ ਭਾਈ ਇੱਦਾਂ ਹੀ ਜਾ ਰਹੇ ਹੋ, ਬਿਨਾਂ ਵੇਖੇ ਹੀ ਚੱਲ ਰਹੇ ਹੋ, ਪਛਾਣਿਆ ਤੇ ਹੈ ਹੀ ਨਹੀਂ, ਅਕਲ ਤੇ ਹੈ ਹੀ ਨਹੀਂ, ਸਮਝ ਤੇ ਹੈ ਹੀ ਨਹੀਂ ਵੀ ਕਿ ਹੋ ਕੀ ਰਿਹਾ। ਫਿਰ ਉਹ ਕਹਿੰਦੇ ਆ ਰੁਕੋ, ਪਹਿਲਾਂ ਵੇਖੋ ਜਿਹੜੇ ਨੰਗੇ ਫਿਰ ਰਹੇ ਆ, ਜੇ ਇੱਦਾਂ ਮਿਲਣਾ ਹੁੰਦਾ ਤਾਂ ਫਿਰ ਮਿਰਗਾਂ ਨੂੰ, ਪਸ਼ੂਆਂ ਨੂੰ ਮਿਲਣਾ ਸੀ। ਜਿਹੜੇ ਮੁੰਡਨ ਕਰਾਉਂਦੇ ਆ, ਸਿਰ ਮਨਾ ਕੇ ਕਹਿੰਦੇ ਆ ਕਿ ਇੱਦਾਂ ਖੁਸ਼ ਹੋਣਾ, ਤਾਂ ਫਿਰ ਭੇਡਾਂ ਨੂੰ ਮਿਲਣਾ ਸੀ। ਫਿਰ ਕਹਿੰਦੇ ਜੇ ਬਿੰਦ ਰੱਖਣ ਦੇ ਨਾਲ, ਯਾਨੀ ਜਤੀ ਰਹਿਣ ਦੇ ਨਾਲ, ਬ੍ਰਹਮਚਾਰੀ ਰਹਿਣ ਦੇ ਨਾਲ ਮਿਲਣਾ ਹੁੰਦਾ ਤਾਂ ਖੁਸਰਿਆਂ ਨੂੰ ਮਿਲ ਜਾਣਾ ਸੀ। ਯਾਨੀ ਇਹ ਤੁਹਾਡੇ ਸਾਰੇ ਕਰਮ ਹੀ ਬਿਨਾਂ ਸਮਝ ਤੋਂ ਕੀਤੇ ਹੋਏ ਕੰਮ, ਕਿਸੇ ਵੀ ਅਰਥ ਨਹੀਂ ਹੈ। ਤੇ ਅੱਜ ਵੀ ਸਾਨੂੰ ਜ਼ਰੂਰ ਇਹ ਵੇਖਣਾ ਚਾਹੀਦਾ, ਜਦੋਂ ਕੋਈ ਬੱਚੇ ਨੂੰ ਅਸੀਂ ਕਿਸੇ ਧਾਰਮਿਕ ਕਰਮ ਵਿੱਚ ਪਾਉਂਦੇ ਹਾਂ, ਪਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚ ਲਈਏ ਕਿ ਕੀ ਉਹਨੂੰ ਉਸ ਕੰਮ ਬਾਰੇ ਅਸੀਂ ਦੱਸ ਚੁੱਕੇ ਹਾਂ। ਜਿਵੇਂ ਕਿਸੇ ਬੱਚੇ ਨੂੰ ਅਸੀਂ ਗੁਰਦੁਆਰੇ ਲੈ ਕੇ ਜਾਣਾ ਹੋਵੇ, ਬੱਚਾ ਜੇ ਪੁੱਛ ਲਵੇ ਕਿ ਅਸੀਂ ਗੁਰਦੁਆਰੇ ਕਿਉਂ ਜਾਂਦੇ ਹਾਂ, ਤਾਂ ਸਾਡੇ ਕੋਲ ਕੀ ਉਹਦਾ ਜਵਾਬ ਹੈ? ਕੀ ਅਸੀਂ ਇਹ ਜਵਾਬ ਦੇ ਦਿੰਦੇ ਹਾਂ ਕਿ ਅਸੀਂ ਗੁਰਦੁਆਰੇ ਇਸ ਕੰਮ ਲਈ ਜਾ ਰਹੇ ਹਾਂ? ਜੇ ਅਸੀਂ ਜਵਾਬ ਹੀ ਨਹੀਂ ਦੇ ਪਾਉਂਦੇ
ਤਾਂ ਫਿਰ ਸਾਡਾ ਉਹਨੂੰ ਗੁਰਦੁਆਰੇ ਦੇ ਰਾਹੇ ਪਾਉਣਾ ਸਮਝ ਲਓ ਕਿ ਭਰਮ ਦੇ ਰਾਹ ਤੇ ਤੋਰ ਦੇਣਾ ਹੈ। ਧਰਮ ਨਹੀਂ, ਭਰਮ ਦੇ ਰਾਹ ਤੇ ਪਾ ਦੇਣਾ ਹੈ। ਇਸੇ ਤਰ੍ਹਾਂ ਜੇ ਸਾਨੂੰ ਕਿਸੇ ਜਗ੍ਹਾ ਤੇ ਧਾਰਮਿਕ ਕਿਸੇ ਵੀ ਥਾਂ ਤੇ ਕੋਈ ਵੀ ਕੰਮ ਕਰਨ ਦਾ ਨਹੀਂ ਪਤਾ ਤਾਂ ਇਹ ਮਤ ਸਮਝ ਲੈਣਾ ਕਿ ਇਹ ਰੱਬ ਦਾ ਰਾਹ ਨਹੀਂ, ਇਹ ਤੇ ਅਸਲ ਵਿੱਚ ਭਰਮ ਦਾ ਰਾਹ ਹੈ। ਇੱਥੇ ਹੋਰ ਵੀ ਯਾਨੀ ਜੰਗਲ ਦਾ ਰਸਤਾ ਹੈ, ਇੱਥੇ ਤਾਂ ਹੋਰ ਜ਼ਿਆਦਾ ਭਟਕਣਾ ਹੋਣੀ ਹੈ, ਕਿਉਂਕਿ ਅੱਗੇ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਣਾ। ਇਸੇ ਤਰ੍ਹਾਂ ਕੋਈ ਵੀ ਕੰਮ ਕਰਨ ਲੱਗਿਆਂ ਧਰਮ ਦੇ ਨਾਂ ਤੇ ਕੀਤੇ ਹੋਏ ਖਾਸ ਕਰ ਉਹਨਾਂ ਕੰਮਾਂ ਦਾ ਸਾਨੂੰ ਪਹਿਲਾਂ ਪਤਾ ਹੋਵੇ ਕਿ ਅਸੀਂ ਕਰਨੇ ਕਿਉਂ ਨੇ। ਇੱਥੇ ਸਾਰੇ ਉਹਨਾਂ ਚੀਜ਼ਾਂ ਦਾ ਜ਼ਿਕਰ ਕਰ ਦਿੱਤਾ ਜਿਹੜੇ ਧਰਮ ਦੇ ਨਾਂ ਤੇ ਪਹਿਰਾਵੇ ਵੀ ਪਾਏ ਜਾਂਦੇ ਸੀ, ਜਿਵੇਂ ਕਹਿੰਦੇ ਕਿਆ ਨਾਂਗੇ ਕਿਆ ਬਾਂਦੇ ਚਾਂ। ਜਿਹੜੇ ਜੋਗੀ ਆਦਿਕ ਸੀਗੇ ਉਹ ਮਿਰਗਸ਼ਾਲਾ ਆਦਿਕ ਪਾਉਂਦੇ ਸੀ। ਪੰਡਤ ਲੋਕ ਆਪਣਾ ਸਿਰ ਜਿਹੜਾ ਮਨਾਉਂਦੇ ਸੀ। ਜਿਹੜੇ ਸੰਨਿਆਸੀ ਸੀ ਉਹ ਨਗਨ ਰਹਿੰਦੇ ਸੀ। ਹੁਣ ਉਹਨਾਂ ਦੇ ਧਰਮ ਮੁਤਾਬਕ ਉਹ ਬਹੁਤ ਚੰਗਾ ਹੈ, ਉਹ ਕਹਿੰਦੇ ਕਿ ਇਦਾਂ ਹੀ ਕਰਨਾ ਹੈ, ਉਹਨਾਂ ਦੀ ਮਰਿਆਦਾ ਇਦਾਂ। ਜੇ ਅਸੀਂ ਕਬੀਰ ਜੀ ਉਹਨਾਂ ਨੂੰ ਕਹਿੰਦੇ ਆ ਤਾਂ ਉਹਨਾਂ ਨੂੰ ਜ਼ਰੂਰ ਸੱਟ ਲੱਗਦੀ ਹੋਣੀ ਹੈ। ਉਹ ਵੀ ਕਹਿੰਦੇ ਹੁਣ ਕਿ ਸਾਡੀ ਭਾਵਨਾ ਭਟਕਦੀ ਹੈ, ਸਾਡੀ ਭਾਵਨਾ ਨੂੰ ਸੱਟ ਵੱਜਦੀ ਹੈ। ਅੱਜ ਦੀ ਤਰ੍ਹਾਂ ਕਿਤੇ ਜੇ ਇਹ ਧਾਰਾਵਾਂ ਲੱਗ ਜਾਂਦੀਆਂ, 295 ਦਾ ਪਰਚਾ ਹੁੰਦਾ ਤਾਂ ਕਬੀਰ ਜੀ ਤੇ ਹੋ ਜਾਣਾ ਸੀ, ਕਿਉਂਕਿ ਉਹਨਾਂ ਨੇ ਕਹਿਣਾ ਸੀ ਕਬੀਰ ਜੀ ਸਾਡੇ ਧਰਮ ਦੇ ਉੱਪਰ ਉਂਗਲ ਖੜੀ ਕਰਦੇ ਆ, ਸਾਡੀ ਮਰਿਆਦਾ ਉੱਪਰ ਉਂਗਲ ਖੜੀ ਕਰਦੇ ਨਹੀਂ। ਲੇਕਿਨ ਹੋਇਆ ਵੀ, ਕਬੀਰ ਜੀ ਦੀਆਂ ਵੀ ਸ਼ਿਕਾਇਤਾਂ ਹੋਈਆਂ, ਗੁਰੂ ਨਾਨਕ ਸਾਹਿਬ ਦੀਆਂ ਵੀ ਸ਼ਿਕਾਇਤਾਂ ਹੋਈਆਂ। ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚਾਂਦਨੀ ਚੌਂਕ ਵਿੱਚ ਲਾ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਸ਼ਹੀਦ ਕਰ ਦਿੱਤੇ ਇਹਨਾਂ ਕੰਮਾਂ ਕਰਕੇ, ਕਿਉਂਕਿ ਉਹਨਾਂ ਨੇ ਸੱਚਾਈ ਰਿਐਲਿਟੀ ਜਦੋਂ ਦੱਸੀ, ਲੋਕਾਂ ਨੇ ਕਿਹਾ ਸਾਡੀ ਭਾਵਨਾ ਭਟਕ ਗਈ। ਅੱਜ ਵੀ ਐਸਾ ਹੀ ਹੁੰਦਾ ਹੈ, ਜਦੋਂ ਕੋਈ ਰਿਐਲਿਟੀ ਦੱਸਦਾ ਹੈ ਕਿ ਅਸਲ ਵਿੱਚ ਭਾਈ ਜਿਹੜੇ ਰੱਬ ਦੀ ਤੁਸੀਂ ਗੱਲ ਕਰਦੇ ਹੋ ਇੱਦਾਂ ਦਾ ਕੋਈ ਰੱਬ ਨਹੀਂ, ਜੇ ਇੱਦਾਂ ਦਾ ਹੁੰਦਾ ਤਾਂ ਫਿਰ ਹੋਰਾਂ ਨੂੰ ਮਿਲ ਜਾਣਾ ਸੀ। ਇੱਥੇ ਸਾਰੀ ਗੱਲ ਸਮਝਣ ਵਾਲੀ ਹੈ। ਪਹਿਰਾਵੇ ਦੀ ਜੇ ਗੱਲ ਕਰਦੇ ਹਾਂ, ਕਿਉਂਕਿ ਜੇ ਚੰਮ ਦੇ ਕੱਪੜੇ ਪਾਉਣ ਨਾਲ ਨਹੀਂ ਮਿਲਣਾ ਤਾਂ ਇੱਕ ਗੱਲ ਜ਼ਰੂਰ ਯਾਦ ਰੱਖੀਏ, ਨਾ ਗਾਤਰਾ ਪਾਇਆ ਮਿਲਣਾ, ਨਾ ਜਨੇਊ ਪਾਇਆ ਮਿਲਣਾ, ਤੇ ਨਾ ਹੀ ਸੁੰਨਤ ਕਰਿਆ ਮਿਲਣਾ, ਨਾ ਹੀ ਕੇਸ ਰੱਖਿਆ ਮਿਲਣਾ, ਨਾ ਕੇਸ ਦਾ ਮੁੰਡਨ। ਜਿੱਥੇ ਮੂੰਡ ਮੁੰਡਾਏ ਜੋ ਸਦ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਜੇ ਅਸੀਂ ਕੇਵਲ ਇਹ ਕਹਾਂਗੇ ਕਿ ਮੁੰਡਨ ਨਾਲ ਨਹੀਂ ਮਿਲਣਾ ਤਾਂ ਅਗਲਾ ਇਹ ਵੀ ਕਹਿ ਸਕਦਾ ਹੈ ਕਿ ਕੇਸਾਂ ਨਾਲ ਵੀ ਨਹੀਂ ਮਿਲਣਾ, ਕਿਉਂਕਿ ਕਬੀਰ ਜੀ ਦਾ ਉਹ ਵੀ ਸ਼ਬਦ ਹੈ, ਭਾਵੇਂ ਲੰਬੇ ਕੇਸ ਕਰ ਭਾਵੇਂ ਘਰੜ ਮੁੰਡਾਏ। ਉੱਥੇ ਵੀ ਮਤਲਬ ਇਹ ਹੈ ਕਿ ਕੇਸ ਰੱਖਣ ਨਾਲ ਜਾਂ ਕਟਾਉਣ ਨਾਲ ਇੱਦਾਂ ਦੇ ਨਾਲ ਕੋਈ ਇੱਦਾਂ ਦਾ ਰੱਬ ਨਹੀਂ ਮਿਲਣਾ। ਜੇ ਅਸੀਂ ਕੇਸ ਰੱਖਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਖਿਆਲ ਹੋਣਾ ਚਾਹੀਦਾ ਕਿ ਅਸੀਂ ਕੇਵਲ ਇੱਕ ਇਸ ਤਰ੍ਹਾਂ ਰੱਖਦੇ ਹਾਂ ਜਿਵੇਂ ਇੱਕ ਬੱਚਾ ਸਕੂਲ ਵਿੱਚ ਪੜ੍ਹਨ ਜਾਂਦਾ ਹੋਵੇ ਤਾਂ ਸਕੂਲ ਦੀ ਇੱਕ ਡਰੈਸ, ਇੱਕ ਯੂਨੀਫਾਰਮ ਹੁੰਦੀ ਹੈ। ਉਹ ਯੂਨੀਫਾਰਮ ਉਹਦੀ ਪੜ੍ਹਾਈ ਵਿੱਚ ਨਹੀਂ ਸਹਾਇਤਾ ਦਿਵਾਉਂਦੀ, ਬਲਕਿ ਉਹਦੀ ਇੱਕ ਪਹਿਚਾਣ ਹੁੰਦੀ ਆ। ਹਰ ਇੱਕ ਮਹਿਕਮੇ ਦੇ ਵਿੱਚ ਇੱਕ ਯੂਨੀਫਾਰਮ ਹੁੰਦੀ ਆ, ਚਾਹੇ ਕਿਸੇ ਦਫ਼ਤਰ ਵਿੱਚ ਹੋਵੇ, ਬੈਂਕ ਵਿੱਚ ਹੋਵੇ, ਕਿਸੇ ਕੰਪਨੀ ਦੇ ਵਿੱਚ ਹੋਵੇ, ਫੌਜ ਵਿੱਚ ਹੋਵੇ, ਪੁਲਿਸ ਵਿੱਚ ਹੋਵੇ, ਆਰਮੀ ਵਿੱਚ ਹੋਵੇ, ਕਿਤੇ ਵੀ ਹੋਵੇ, ਸਕੂਲ ਦੇ ਵਿੱਚ ਹੋਵੇ, ਇੱਕ ਯੂਨੀਫਾਰਮ ਹੁੰਦੀ ਹੈ। ਉਹ ਯੂਨੀਫਾਰਮ ਉਸ ਟੀਮ ਦੇ ਹਿੱਸੇ ਵਿੱਚ ਪਾਉਣ ਵਾਲੇ ਖਿਡਾਰੀਆਂ ਨੂੰ, ਖੇਡਣ ਵਾਲਿਆਂ ਨੂੰ ਵੀ ਪਾਉਣੀ ਪੈਂਦੀ ਆ, ਕਿਉਂਕਿ ਉਹ ਇੱਕ ਉਹਨਾਂ ਦੀ ਪਹਿਚਾਣ ਹੈ। ਇਸੇ ਤਰ੍ਹਾਂ ਅਸੀਂ ਜੇ ਇਹ ਸਮਝ ਲਈਏ ਕਿ ਜਿਹੜੀ ਸਾਡੀ ਯੂਨੀਫਾਰਮ ਹੈ, ਸਾਡੇ ਕੇਸ ਹੋ ਗਏ, 5 ਕਕਾਰ ਹੋ ਗਏ, ਇਹ ਕੇਵਲ ਯੂਨੀਫਾਰਮ ਹੈ। ਇਹਨੂੰ ਡਰੈਸ ਤੱਕ ਹੀ ਰੱਖੀਏ। ਜੇ ਇੱਦਾਂ ਕਹਿ ਲਈਏ ਕਿ ਜਿਹਦੇ ਕੇਸ ਬਹੁਤ ਜ਼ਿਆਦਾ ਹੈ, ਜਿਵੇਂ ਇੱਥੇ ਆਇਆ ਨਾ, ਮੂੰਡ ਮੁੰਡਾਏ ਜੋ ਸਦ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਕਹਿਣ ਲੱਗੇ ਮੁੰਡਨ ਕਰਾਉਣ ਨਾਲ ਜੇ ਮਿਲਦਾ ਹੁੰਦਾ, ਸਿਰ ਮਨਾਉਣ ਨਾਲ ਜੇ ਮਿਲਦਾ ਹੁੰਦਾ ਤਾਂ ਭੇਡ ਨੂੰ ਮਿਲ ਜਾਣਾ ਸੀ। ਇੱਦਾਂ ਸਾਡੇ ਵੀ ਕਈ ਲੋਕ ਹੈਗੇ ਨੇ, ਜਿਵੇਂ ਉਦਾਹਰਨ ਤੌਰ ਤੇ ਆਪਾਂ ਕਈ ਵਾਰੀ ਕਈਆਂ ਨੂੰ ਸੁਣਿਆ ਹੋਵੇਗਾ, ਕਹਿੰਦੇ ਲੋਕ ਸੁਣਦੇ ਨੇ ਕਿ ਜਿਹਦੇ ਦਾੜਾ ਜਿਹੜਾ ਜ਼ਿਆਦਾ ਪ੍ਰਕਾਸ਼ ਹੋਵੇ ਜਾਂ ਵੱਡਾ ਦਾੜਾ ਹੋਵੇ ਤਾਂ ਉਹਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਕਿ ਵਾਹ ਜੀ ਵਾਹ, ਗੁਰੂ ਦੀ ਬੜੀ ਵੱਡੀ ਕਿਰਪਾ ਹੈ। ਕਈ ਟੀਵੀ ਤੇ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਦਾੜੀ ਨੂੰ ਪ੍ਰਦਰਸ਼ਿਤ ਕੀਤਾ ਗਿਆ, ਲੰਬੀ ਦਾੜੀ। ਤੇ ਜੇ ਤਾਂ ਉਹ ਵੈਸੀ ਪ੍ਰਗਟਾਵਾ ਹੈ ਤਾਂ ਵੱਖਰੀ ਗੱਲ ਹੈ, ਪਰ ਜੇ ਉਹਨੂੰ ਗੁਰੂ ਦੀ ਕਿਰਪਾ ਕਹਿਣਾ ਤੇ ਭਾਈ ਫਿਰ ਇਹ ਲੰਬੇ ਵਾਲ ਤਾਂ ਰਿੱਛਾਂ ਦੇ ਵੀ ਹੁੰਦੇ ਆ। ਜੇ ਬਹੁਤੇ ਕੇਸ ਸਾਡੇ ਸਰੀਰ ਤੇ ਅਸੀਂ ਕਹੀਏ ਬੜੀ ਗੁਰੂ ਦੀ ਕਿਰਪਾ ਹੈ ਤਾਂ ਰਿੱਛ ਦੇ ਵਾਲ ਬਹੁਤ ਜ਼ਿਆਦਾ ਹੁੰਦੇ ਸਾਡੇ ਨਾਲ। ਜਿਵੇਂ ਇੱਥੇ ਕਿਹਾ ਜਾਏਗਾ ਨਾ, ਮੁੰਡਨ ਕਰਨ ਦੇ ਨਾਲ ਜੇ ਮਿਲਦਾ ਤਾਂ ਭੇਡ ਨੂੰ ਮਿਲਦਾ, ਤੇ ਜੇ ਬਹੁਤੇ ਕੇਸਾਂ ਦੇ ਨਾਲ ਆਪਾਂ ਕਹੀਏ ਕਿ ਬਹੁਤ ਕੇਸ ਹੈ ਤੇ ਤਾਂ ਕਰਕੇ ਰੱਬ ਖੁਸ਼ ਹੈ, ਜਾਂ ਤਾਂ ਰੱਬ ਦੀ ਕਿਰਪਾ ਹੈ, ਤਾਂ ਗੁਰੂ ਦੀ ਕਿਰਪਾ ਹੈ, ਤਾਂ ਫਿਰ ਰਿੱਛ ਤੇ ਪਹਿਲਾਂ ਹੋ ਚੁੱਕੀ ਆ। ਇਹ ਨਹੀਂ ਕਿਰਪਾ, ਇਹ ਤੇ ਕੇਵਲ ਸਾਡੀ ਯੂਨੀਫਾਰਮ ਆ। ਅਸੀਂ ਇਹ ਕੇਸ ਰੱਖੇ ਸਿਰਫ ਇਸ ਲਈ ਸਾਡੀ ਪਹਿਚਾਣ, ਸਾਡੀ ਡਰੈਸ ਆ, ਸਾਡੀ ਯੂਨੀਫਾਰਮ ਆ। ਇਸ ਤਰ੍ਹਾਂ ਜਿਹੜਾ ਅਸੀਂ ਇਹ ਕਰਮ ਹੈ,
ਇਹ ਇੱਕ ਰੂਲ ਆ ਜਿਹੜਾ ਇਹ ਅਸੀਂ ਇਸ ਲਈ ਅਪਣਾ ਰੱਖਿਆ ਕਿਉਂਕਿ ਸਾਡੀ ਕੋਈ ਕੰਟਰੀ ਨਹੀਂ, ਸਾਡਾ ਕੋਈ ਮੁਲਕ ਨਹੀਂ, ਸਾਡਾ ਕੋਈ ਪਾਸਪੋਰਟ ਅਸੀਂ ਆਪਣਾ ਨਹੀਂ ਬਣਾ ਸਕਦੇ। ਇਸ ਲਈ ਸਾਡੀ ਯੂਨੀਫਾਰਮ, ਸਾਡੀ ਇਹ ਡਰੈਸ ਪੰਜਕਾਰੀ ਵਰਦੀ ਹੀ ਸਾਡੀ ਪਹਿਚਾਣ ਹੈ, ਸਾਡੀ ਦਸਤਾਰ ਹੀ ਸਾਡੀ ਪਹਿਚਾਣ ਹੈ। ਇਹਨੂੰ ਕਿਰਪਾ ਨਾਲ ਜੋੜਨਾ ਜਾਂ ਕਹਿਣਾ ਗੁਰੂ ਦੀ ਖਾਸ ਕਿਰਪਾ ਹੈ, ਤਾਂ ਫਿਰ ਕਿਰਪਾ ਉਹਨਾਂ 'ਤੇ ਵੀ ਇਹ ਹੈਗੀ ਆ ਜਿਹੜੇ ਲੋਕ ਰਾਜਨੀਤੀ ਵਿੱਚ ਆ ਕੇ ਸਾਡੇ ਹੀ ਲੋਕਾਂ ਨੂੰ ਲੁੱਟਣ 'ਤੇ ਲੱਗੇ ਹੋਏ ਨੇ, ਸਾਡੇ ਦੇਸ਼ ਨੂੰ ਬਰਬਾਦ ਕਰਨ 'ਤੇ ਲੱਗੇ ਹੋਏ ਨੇ। ਜਿਹੜੇ ਵੱਡੇ ਵੱਡੇ ਠੱਗ ਨੇ ਉਹ ਵੀ ਫਿਰ ਬੜੇ ਵੱਡੇ ਕਿਰਪਾ ਦੇ ਪਾਤਰ ਬਣ ਜਾਣਗੇ ਜੇ ਕੇਵਲ ਵਰਦੀ ਦੇ ਨਾਲ, ਜੇ ਕੇਵਲ ਯੂਨੀਫਾਰਮ ਦੇ ਨਾਲ, ਜੇ ਕੇਵਲ ਕਕਾਰਾਂ ਦੇ ਨਾਲ ਅਸੀਂ ਕਿਰਪਾ ਨੂੰ ਜੋੜਨਾ ਹੈ। ਸੋ ਕਬੀਰ ਜੀ ਕਹਿਣ ਲੱਗੇ, ਭਾਈ ਜਿੰਨਾ ਚਿਰ ਸੱਚ ਦੀ ਪਹਿਚਾਣ ਨਹੀਂ, ਜਬ ਨਹੀਂ ਚੀਨਸ ਆਤਮ ਰਾਮ। ਅੱਗੇ ਕਹਿੰਦੇ, ਕਹੋ ਕਬੀਰ ਸੁਣੋ ਨਰ ਭਾਈ, ਸੇ ਭਾਈ ਸੁਣੋ, ਰਾਮ ਨਾਮ ਬਿਨ ਕਿਨ ਗਤ ਪਾਈ। ਰਾਮ ਦੇ ਨਾਮ ਤੋਂ ਬਿਨਾਂ ਕਦੇ ਮੁਕਤੀ ਨਹੀਂ। ਯਾਨੀ ਰਾਮ ਦਾ ਨਾਮ ਕੀ ਹੈ? ਰਾਮ ਦੀ ਪਹਿਚਾਣ, ਰਮੇ ਹੋਏ ਦੀ ਪਛਾਣ। ਪਛਾਣ ਕਿਵੇਂ ਹੋਣੀ ਹੈ? ਗਿਆਨ ਦੇ ਨਾਲ। ਇਹਦਾ ਮਤਲਬ ਹੈ, ਨਾਮ ਦਾ ਮਤਲਬ ਹੈ ਗਿਆਨ, ਅਕਲ, ਸਮਝ। ਰੂਲ ਆਫ ਨੇਚਰ ਨੂੰ ਸਮਝਣਾ, ਨਿਯਮਾਂ ਨੂੰ ਸਮਝਣਾ, ਕੁਦਰਤ ਦੇ ਨਿਯਮਾਂ ਨੂੰ ਸਮਝਣਾ, ਕੁਦਰਤ ਦੇ ਨਿਯਮਾਂ ਨੂੰ ਸਮਝ ਲੈਣਾ ਹੀ ਉਸ ਕੁਦਰਤ ਦੇ ਵਿੱਚ ਬੈਠੇ ਹੋਏ ਕਰਤੇ ਨੂੰ ਪਛਾਣ ਲੈਣਾ। ਗੁਆਚਿਆ ਤੇ ਹੈ ਹੀ ਨਹੀਂ, ਬਸ ਪਹਿਚਾਣ ਦੀ ਲੋੜ ਹੈ। ਅਸਲ ਵਿੱਚ ਜਿਹੜਾ ਸਾਰਿਆਂ ਵਿੱਚ ਹੈ ਉਹ ਮੇਰੇ ਵਿੱਚ ਹੈ। ਬਸ ਆਪਣੇ ਆਪੇ ਦੀ ਆਪਣੀ ਪਹਿਚਾਣ ਹੋ ਜਾਏ ਕਿ ਅਸੀਂ ਕਿੰਨੀ ਵੱਡੀ ਐਨਰਜੀ ਦੇ ਮਾਲਕ ਹਾਂ, ਅਸੀਂ ਕਿੰਨੀ ਵੱਡੀ ਤਾਕਤ ਲੈ ਕੇ ਬੈਠੇ ਹਾਂ। ਹੋਰ ਸਾਰੇ ਜਾਨਵਰਾਂ ਨਾਲੋਂ ਸਾਡਾ ਜਿਹੜਾ ਦਿਮਾਗ ਹੈ ਉਹ ਕਿੰਨਾ ਵੱਧ ਕੰਮ ਕਰਦਾ ਹੈ, ਕਿਸ ਤਰੀਕੇ ਨਾਲ ਅਸੀਂ ਕਿਤੇ ਦੀ ਕਿਤੇ ਪਹੁੰਚ ਸਕਦੇ ਹਾਂ। ਸਾਡੀ ਅਸਲ ਆਪਣੀ ਪਹਿਚਾਣ ਹੋ ਜੇ, ਅਸੀਂ ਆਪਣੇ ਆਪ ਨੂੰ ਖੋਜ ਲਈਏ, ਇਹ ਹੀ ਰੱਬ ਦੀ ਅਸਲੀ ਖੋਜ ਹੈ। ਆਪਣੀ ਤਾਕਤ ਨੂੰ, ਆਪਣੀ ਐਨਰਜੀ ਨੂੰ ਅਸੀਂ ਪਹਿਚਾਣ ਲਈਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।